ਮਨੀਪੁਰ 'ਚ ਪਿਛਲੇ ਦਿਨੀ ਵਾਪਰੀ ਸ਼ਰਮਨਾਕ ਘਟਨਾ ਨੇ ਜਿੱਥੇ ਜਾਗਦੀਆਂ ਜ਼ਮੀਰਾਂ ਵਾਲਿਆਂ ਦਾ ਹਿਰਦਾ ਝੰਜੋੜ ਕੇ ਰੱਖ ਦਿੱਤਾ ਹੈ, ਉੱਥੇ ਇਹ ਵੀ ਸਾਬਤ ਹੋਇਆ ਕਿ ਜਿਹੜੇ ਮੁਲਕ ਦੇ ਵਿੱਚ ਮਿੱਟੀ ਦੀਆਂ ਮੂਰਤੀਆਂ ਬਣਾ ਕੇ ਤੇ ਫਿਰ ਉਹਨਾਂ ਨੂੰ ਦੇਵੀਆਂ ਕਹਿ ਕੇ ਪੂਜਾ ਕੀਤੀ ਜਾਂਦੀ ਹੈ, ਉੱਥੇ ਅਸਲ ਜ਼ਿੰਦਗੀ ਦੇ ਵਿੱਚ ਔਰਤਾਂ ਦੇ ਨਾਲ ਸਲੂਕ ਕਿਹੋ ਜਿਹਾ ਹੁੰਦਾ ਹੈ। ਤਾਜ਼ਾ ਘਟਨਾ ਬਾਬਤ ਕੋਈ ਇਹ ਕਹਿ ਸਕਦਾ ਹੈ ਕਿ ਇਹ ਤਾਂ ਦੋ ਫਿਰਕਿਆਂ ਦੇ ਲੋਕਾਂ ਨੇ ਆਪਸੀ ਲੜਾਈ ਵਿੱਚ ਕਰਤੂਤ ਖਿਲਾਰ ਦਿੱਤੀ ਹੈ, ਪਰ ਆਓ ਤੁਹਾਨੂੰ ਹਕੂਮਤ ਵੱਲੋਂ ਤਿਆਰ ਕੀਤੇ ਗਏ ਕਾਨੂੰਨ ਦੇ ਰਖਵਾਲਿਆਂ ਵੱਲੋਂ ਕੀਤੇ ਗਏ ਘਿਨਾਉਣੇ ਤੇ ਦਿਲ ਕੰਬਾਊ ਵਹਿਸ਼ੀਆਂ ਨਾਕਾਰਿਆਂ ਦੀ ਇੱਕ ਝਲਕ ਦਿਖਾਉਂਦੇ ਹਾਂ। ਹਰੇਕ ਮਹੀਨੇ ਵੰਗਾਰ ਰਸਾਲਾ ਛਾਪਣ ਵਾਲੇ ਪੰਥਕ ਲਿਖਾਰੀ ਭਾਈ ਬਲਜੀਤ ਸਿੰਘ ਖਾਲਸਾ ਵੱਲੋਂ ਲਿਖੀ ਕਿਤਾਬ ਬਲਾਤਕਾਰੀ ਪੁਲਿਸ ਫੋਰਸਾਂ ਮਣੀਪੁਰ ਦੀ ਧਰਤੀ ਤੇ ਹੀ ਕਈ ਵਰ੍ਹੇ ਪਹਿਲਾਂ ਵਾਪਰੇ ਦਰਦਨਾਕ ਦੁਖਾਂਤ ਨੂੰ ਜਗ ਜ਼ਾਹਰ ਕਰਦੀ ਹੈ। ਸੁਣੋ 13 ਵਰ੍ਹਿਆਂ ਦੀ ਬੱਚੀ ਨਾਲ ਜ਼ਬਰ ਜਨਾਹ ਅਤੇ ਕਤਲ ਦੀ ਖੌਫਨਾਕ ਦਾਸਤਾਨ। 13 ਸਾਲ ਦੀ ਬੱਚੀ ਨਾਲ ਜ਼ਬਰ ਜਨਾਹ ਅਤੇ ਸੁਪਰੀਮ ਕੋਰਟ ਦੀ ਸਖਤ ਟਿੱਪਣੀ। 4 ਅਕਤੂਬਰ ਸਨ 2003 ਨੂੰ ਮਣੀਪੁਰ ਵਿੱਚ ਅਸਾਮ ਰਾਈਫਲਸ ਦੇ ਜਵਾਨਾਂ ਨੇ ਇੱਕ 13 ਸਾਲ ਦੀ ਨਾਬਾਲਗ ਲੜਕੀ ਨੂੰ ਅਗਵਾ ਕੀਤਾ ਤੇ ਫਿਰ ਉਹਦੇ ਨਾਲ ਜ਼ਬਰ ਜਨਾਹ ਕੀਤਾ। ਫਿਰ ਉਹਨੂੰ ਇਹ ਧਮਕੀ ਦੇ ਕੇ ਛੱਡਿਆ ਗਿਆ ਕਿ ਉਹ ਇਹਦੇ ਬਾਰੇ ਕਿਸੇ ਨੂੰ ਕੁਝ ਨਾ ਦੱਸੇ, ਪਰ ਪੀੜਤ ਲੜਕੀ ਨੇ ਰੋਂਦਿਆਂ ਕੁਰਲਾਉਂਦਿਆਂ ਇਹ ਸਭ ਕੁਝ ਆਪਣੀ ਮਾਂ ਅਤੇ ਭੈਣ ਨੂੰ ਦੱਸਿਆ ਤੇ ਫਿਰ ਕੁਝ ਹੀ ਮਿੰਟਾਂ ਬਾਅਦ ਆਤਮ ਹੱਤਿਆ ਕਰ ਲਈ। ਰੌਲਾ ਪੈ ਗਿਆ। ਫੌਜ ਵੱਲੋਂ ਖੁਦ ਹੀ ਆਪਣੇ ਵਿਰੁੱਧ ਕੋਰਟ ਆਫ ਇਨਕੁਆਇਰੀ ਬਿਠਾਈ ਗਈ, ਜਿਹਨੇ ਕਾਫੀ ਸਮਾਂ ਲਗਾ ਕੇ ਅਖੀਰ ਆਪਣੇ ਦੋਸ਼ੀ ਜਵਾਨਾਂ ਨੂੰ ਕਲੀਨ ਚਿੱਟ ਦੇ ਕੇ ਬਰੀ ਕਰ ਦਿੱਤਾ। ਫਿਰ ਰੌਲਾ ਪਿਆ। ਫਿਰ ਸੂਬਾ ਸਰਕਾਰ ਵੱਲੋਂ ਜਾਂਚ ਲਈ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦਾ ਗਠਨ ਕੀਤਾ ਗਿਆ। ਉਹਨੇ ਵੀ ਜਾਂਚ ਦੇ ਨਾਂ 'ਤੇ ਸਮਾਂ ਖਰਾਬ ਕੀਤਾ ਤੇ ਅਖੀਰ ਮਣੀਪੁਰ ਵਿੱਚ ਫੌਜ ਨੂੰ ਮਿਲੇ ਹੋਏ ਵਿਸ਼ੇਸ਼ ਅਧਿਕਾਰਾਂ ਅਫਸਪਾ ਦਾ ਹਵਾਲਾ ਦਿੰਦੇ ਹੋਏ ਆਪਣੀ ਲਾਚਾਰੀ ਜਿਹੀ ਪ੍ਰਗਟਾ ਕੇ ਮਾਮਲਾ ਨਿਬੇੜ ਦਿੱਤਾ। ਅਖੀਰ 15 ਵਰ੍ਹਿਆਂ ਬਾਅਦ ਇਹ ਮਾਮਲਾ ਸੁਪਰੀਮ ਕੋਰਟ 'ਚ ਪਹੁੰਚਿਆ। ਸੁਪਰੀਮ ਕੋਰਟ ਦੇ ਬੈਂਚ ਨੇ ਜਦੋਂ ਸਾਰੇ ਮਾਮਲੇ ਦਾ ਅਧਿਐਨ ਕੀਤਾ, ਫੌਜ ਦੀ ਕੋਰਟ ਆਫ ਇਨਕੁਆਇਰੀ ਦੀ ਰਿਪੋਰਟ ਅਤੇ ਸੂਬਾ ਸਰਕਾਰ ਦੀ ਰਿਪੋਰਟ ਪੜ੍ਹੀ ਤਾਂ ਜੱਜ ਦੰਗ ਰਹਿ ਗਏ। ਉਹਨਾਂ ਨੇ ਇਹ ਮਾਮਲਾ ਦੁਬਾਰਾ ਖੋਲ੍ਹਣ ਦਾ ਹੁਕਮ ਦਿੱਤਾ ਤੇ ਸਖਤ ਟਿੱਪਣੀਆਂ ਕੀਤੀਆਂ। ਜੱਜਾਂ ਨੇ ਸੂਬਾ ਸਰਕਾਰ ਨੂੰ ਕਿਹਾ, ਫੌਜ ਵਿੱਚ ਬਲਾਤਕਾਰ ਦੇ ਦੋਸ਼ੀ ਵੀ ਹੋ ਸਕਦੇ ਹਨ। ਇੱਥੇ ਇੱਕ 13 ਵਰ੍ਹਿਆਂ ਦੀ ਕੁੜੀ ਜਿਹੜੀ ਰਬੜ ਦੀ ਫਰਮ ਵਿੱਚ ਕੰਮ ਕਰਦੀ ਸੀ, ਉਹ ਕੋਈ ਘੁਸਪੈਠੀਆ ਨਹੀਂ ਸੀ। ਫੌਜ ਦੇ 2 ਜਵਾਨ ਆਉਂਦੇ ਹਨ ਅਤੇ ਉਹਦਾ ਬਲਾਤਕਾਰ ਕਰਦੇ ਹਨ। ਉਹ ਆਪਣੀ ਮਾਂ ਅਤੇ ਭੈਣ ਨੂੰ ਹੱਡਬੀਤੀ ਦੱਸਦੀ ਹੈ ਤੇ ਫਿਰ ਆਤਮ ਹੱਤਿਆ ਕਰ ਲੈਂਦੀ ਹੈ। ਕੀ ਤੁਸੀਂ ਸੂਬਾ ਸਰਕਾਰ ਨੇ ਤੈਅ ਕਰ ਲਿਆ ਹੈ ਕਿ ਫੌਜ ਨੂੰ ਆਉਣ ਦਿਓ ਤੇ ਬਲਾਤਕਾਰ ਕਰਨ ਦਿਓ? ਅਸੀਂ ਕੀ ਕਰੀਏ? ਸੁਪਰੀਮ ਕੋਰਟ ਦੇ ਹੁਕਮ 18 ਅਪ੍ਰੈਲ 2017 ਦੇ ਵਿੱਚੋਂ ਅੰਸ਼। ਅਖੀਰ ਸੂਬਾ ਸਰਕਾਰ ਨੇ ਦਲੀਲ ਦਿੱਤੀ ਕਿ ਇਸ ਮਾਮਲੇ ਨੂੰ 15 ਸਾਲ ਹੋ ਚੁੱਕੇ ਹਨ, ਹੁਣ ਕਾਰਵਾਈ ਸੰਭਵ ਨਹੀਂ। ਸੁਪਰੀਮ ਕੋਰਟ ਨੇ ਇਸ ਉੱਤੇ ਟਿੱਪਣੀ ਕਰਦਿਆਂ ਕਿਹਾ, ਟਾਈਮ ਲਾਈਨ ਕੋਈ ਮੁੱਦਾ ਨਹੀਂ। ਬੰਗਲਾਦੇਸ਼ ਅਜੇ ਵੀ 1971 ਦੇ ਜੰਗੀ ਅਪਰਾਧੀਆਂ 'ਤੇ ਮੁਕੱਦਮੇ ਚਲਾ ਰਿਹਾ ਹੈ। ਇਹ ਤਾਂ ਮਾਮਲਾ ਸਿਰਫ 15 ਵਰ੍ਹੇ ਪੁਰਾਣਾ ਹੈ। ਇਹਦੀ ਜਾਂਚ ਹੋਵੇਗੀ। ਭਾਵੇਂ ਕਿ ਸੁਪਰੀਮ ਕੋਰਟ ਦੇ ਜੱਜਾਂ ਦੀ ਨਿਯੁਕਤੀ ਅਤੇ ਬਦਲੀ ਦਾ ਹੱਕ ਵੀ ਉਹਨਾਂ ਹੱਥਾਂ ਵਿੱਚ ਹੀ ਹੈ ਜਿਨ੍ਹਾਂ ਨੇ ਅਫਸਪਾ ਲਾ ਕੇ ਭਾਰਤੀ ਫੌਜ ਨੂੰ ਕੁਝ ਵੀ ਕਰਨ ਦੀ ਖੁੱਲ੍ਹੀ ਛੁੱਟੀ ਦਿੱਤੀ ਹੋਈ ਹੈ। ਇਸ ਲਈ ਇਸ ਮਾਮਲੇ ਦਾ ਅਜੇ ਤੱਕ ਵੀ ਕੁਝ ਨਹੀਂ ਬਣਿਆ, ਪਰ ਘੱਟੋ ਘੱਟ ਰਿਕਾਰਡ ਵਿੱਚ ਆਈ ਭਾਰਤੀ ਸੁਪਰੀਮ ਕੋਰਟ ਦੀ ਟਿੱਪਣੀ ਜਾਬਰ ਭਾਰਤੀ ਤੰਤਰ ਦਾ ਚਿਹਰਾ ਬੇਨਕਾਬ ਕਰਨ ਲਈ ਕਾਫੀ ਹੈ। ਮਣੀਪੁਰ ਦੀ ਇਸ 13 ਵਰ੍ਹਿਆਂ ਦੀ ਬਾਲੜੀ ਨਾਲ ਬਲਾਤਕਾਰ ਕਰਨ ਦੇ ਦੋਸ਼ੀ ਫੌਜੀਆਂ ਨੂੰ ਜੇਕਰ ਤੁਰੰਤ ਹੀ ਸਜ਼ਾ ਦੇ ਦਿੱਤੀ ਜਾਂਦੀ ਤਾਂ ਸ਼ਾਇਦ ਫੌਜ ਦੇ ਜਵਾਨਾਂ ਵੱਲੋਂ ਮਨੋਰਮਾ ਨਾਲ ਉਹ ਦਰਿੰਦਗੀ ਨਾ ਹੁੰਦੀ ਜਿਹਨੇ ਪੂਰੇ ਮਣੀਪੁਰ ਨੂੰ ਹਿਲਾ ਕੇ ਰੱਖ ਦਿੱਤਾ ਸੀ। ਸਿਸਟਮ ਦੇ ਥਾਪੜੇ ਨਾਲ ਹੀ ਤਾਕਤ 'ਚ ਅੰਨੇ ਹੋਏ ਭਾਰਤੀ ਫੌਜੀ ਵਹਿਸ਼ੀ ਜ਼ੁਲਮ ਵੀ ਬੇਖੌਫ ਹੋ ਕੇ ਕਰਦੇ ਹਨ ਤੇ ਮਾਸੂਮ ਲੜਕੀਆਂ ਨਾਲ ਬਲਾਤਕਾਰ ਵੀ। ਮਨੋਰਮਾ ਨੂੰ ਵਾਰੀ-ਵਾਰੀ ਵਧੋਲਿਆ ਜਾ ਰਿਹਾ ਸੀ। ਖਿੜਕੀ ਵਿੱਚੋਂ ਰੋਂਦੀ ਹੋਈ ਵੇਖ ਰਹੀ ਸੀ ਮਾਂ। ਭਵੇਸ਼ ਸਕਸੈਨਾ। 10 ਜੁਲਾਈ ਸਨ 2004 ਦੀ ਰਾਤ 12 ਵਜੇ ਦੇ ਬਾਅਦ ਆਰਮਡ ਫੋਰਸਿਸ ਸਪੈਸ਼ਲ ਪਾਵਰਸ ਐਕਟ ਯਾਨੀ ਅਫਸਪਾ ਲਾਗੂ ਸੀ। ਮਣੀਪੁਰ ਦੇ ਬੈਮਨ ਕੈਂਪ ਮਯਾਈ ਇਲਾਕੇ ਵਿੱਚ ਅਸਾਮ ਰਾਈਫਲਸ ਦੇ ਜਵਾਨ ਘੇਰਾਬੰਦੀ ਕਰ ਰਹੇ ਸਨ। ਕੁਝ ਸਾਇਰਨਾਂ ਅਤੇ ਕੁਝ ਬੂਟਾਂ ਦੀਆਂ ਆਵਾਜ਼ਾਂ ਨਾਲ ਪੂਰਾ ਇਲਾਕਾ ਥਰਥਰਾ ਰਿਹਾ ਸੀ। ਜਿਨ੍ਹਾਂ ਘਰਾਂ ਵਿੱਚ ਇਹ ਆਵਾਜ਼ਾਂ ਪਹੁੰਚ ਰਹੀਆਂ ਸਨ, ਉੱਥੇ ਖਾਸ ਕਿਸਮ ਦਾ ਡਰ ਪੈਦਾ ਹੋ ਰਿਹਾ ਸੀ। ਉਹ ਰਾਤ ਇੱਕ ਔਰਤ ਦੀ ਜ਼ਿੰਦਗੀ ਦੀ ਆਖਰੀ ਰਾਤ ਸੀ, ਪਰ ਕਿਸ ਢੰਗ ਨਾਲ ਸੀ, ਇਹਦੀਆਂ 2 ਕਹਾਣੀਆਂ ਹਨ। ਖੌਫ, ਦਹਿਸ਼ਤ ਅਤੇ ਦਰਦ ਦੀ ਦਾਸਤਾਨ। ਬੈਮਨ ਕੈਂਪੂ ਮਯਾਈ ਇਲਾਕੇ ਵਿੱਚ ਇੱਕ ਮੁੱਢਲੀ ਚੈੱਕ ਪੋਸਟ ਬਣਾਈ ਗਈ ਅਤੇ ਇਹ ਖਬਰ ਪੁਖਤਾ ਕੀਤੀ ਗਈ ਕਿ ਮਨੋਰਮਾ ਆਪਣੇ ਘਰ ਵਿੱਚ ਹੈ। ਰਾਤ 12 ਵਜੇ ਤੋਂ ਕੁਝ ਦੇਰ ਬਾਅਦ ਪਹਿਲੀ ਵਾਰ ਅਸਾਮ ਰਾਈਫਲਸ ਦੇ ਕੁਝ ਲੋਕ ਉਸ ਘਰ ਵੱਲ ਗਏ, ਜਿਨ੍ਹਾਂ ਵਿੱਚੋਂ ਕੁਝ ਸਿਵਲ ਡਰੈਸ ਵਿੱਚ ਸਨ।
ਉਸ ਸਮੇਂ ਘਰ ਦੇ ਅੰਦਰ ਘਰ ਦਾ ਸਭ ਤੋਂ ਛੋਟਾ ਬੇਟਾ ਬਸੂ ਟੀਵੀ ਤੇ ਹਿੰਦੀ ਫਿਲਮ ਰਾਜੂ ਚਾਚਾ ਦੇਖ ਰਿਹਾ ਸੀ। ਉਸ ਤੋਂ ਛੋਟਾ ਬੇਟਾ ਡੋਲੈਂਡਰੋ ਸੁੱਤਾ ਹੋਇਆ ਸੀ। ਉਸ ਸਮੇਂ ਅਸਾਮ ਰਾਈਫਲਸ ਦੇ ਇਹ ਲੋਕ ਉਸ ਘਰ ਵਿੱਚ ਜ਼ਬਰਦਸਤੀ ਦਾਖਲ ਹੋਏ। ਬਿਨਾਂ ਕੁਝ ਕਹੇ ਸੁਣੇ ਸਿੱਧੇ ਇਹਨਾਂ ਲੋਕਾਂ ਨੇ ਮਨੋਰਮਾ ਉਰਫ ਹੇਨਥੋਈ ਦੀ ਮਾਂ ਦੇ ਸਿਰ ਤੇ ਬੰਦੂਕ ਤਾਣ ਦਿੱਤੀ ਅਤੇ ਹੇਨਥੋਈ ਦੇ ਬਾਰੇ ਪੁੱਛਿਆ। ਸ਼ੋਰ ਸ਼ਰਾਬਾ ਸੁਣ ਕੇ ਆਪਣੇ ਕਮਰੇ ਤੋਂ ਜਿਵੇਂ ਹੀ ਮਨੋਰਮਾ ਬਾਹਰ ਨਿਕਲੀ, ਉਹਨਾਂ ਵਿੱਚੋਂ ਇੱਕ ਆਦਮੀ ਨੇ ਮਨੋਰਮਾ ਦਾ ਮੂੰਹ ਆਪਣੇ ਹੱਥਾਂ ਨਾਲ ਕੱਸ ਕੇ ਬੰਦ ਕਰ ਦਿੱਤਾ ਅਤੇ ਉਹਨੂੰ ਧੱਕਦੇ ਹੋਏ ਘਰ ਦੇ ਬਾਹਰ ਬਣੇ ਇੱਕ ਹਿੱਸੇ ਵੱਲ ਲਿਜਾਇਆ ਜਾਣ ਲੱਗਿਆ। ਮਨੋਰਮਾ ਦੀ ਮਾਂ ਅਤੇ ਭਰਾਵਾਂ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਲੋਕਾਂ ਨੇ ਲੱਤਾਂ ਤੇ ਘਸੁੰਨਾਂ ਨਾਲ ਕੁੱਟਿਆ, ਬੰਦੂਕਾਂ ਦੇ ਬੱਟਾਂ ਨਾਲ ਵੀ ਮਾਰਿਆ ਅਤੇ ਚੁੱਪਚਾਪ ਘਰ ਦੇ ਅੰਦਰ ਰਹਿਣ ਨੂੰ ਕਿਹਾ। ਮਨੋਰਮਾ ਨੂੰ ਵਾਲਾਂ ਤੋਂ ਫੜ ਕੇ ਉਹਨੂੰ ਥੱਪੜ ਮਾਰਦੇ ਹੋਏ ਅਤੇ ਘਸੀੜਦੇ ਹੋਏ ਵਿਹੜੇ ਵੱਲ ਲੈ ਕੇ ਜਾਇਆ ਗਿਆ। ਫਿਰ ਮਨੋਰਮਾ ਨੂੰ ਫੜਨ ਆਈ ਪਾਰਟੀ ਦਾ ਜੋ ਆਦਮੀ ਸਿਵਲ ਡਰੈਸ ਵਿੱਚ ਸੀ, ਉੱਥੇ ਮਨੋਰਮਾ ਦੇ ਕੋਲ ਬੈਠਾ। ਮਨੋਰਮਾ ਨੇ ਲੱਕ ਨਾਲ ਬੰਨਿਆ ਹੋਇਆ ਮਨੀਪੁਰ ਦਾ ਰਵਾਇਤੀ ਲਿਬਾਸ ਫਨੇਕ ਪਹਿਨਿਆ ਹੋਇਆ ਸੀ। ਉਸ ਆਦਮੀ ਨੇ ਇੱਕ ਚਾਕੂ ਉਹਦੇ ਫਨੇਕ ਦੇ ਅੰਦਰ ਘੁਸੇੜ ਕੇ ਫਨੇਕ ਨੂੰ ਚੀਰ ਦਿੱਤਾ। ਫਨੇਕ ਦੇ ਨਾਲ ਹੀ ਮਨੋਰਮਾ ਨੇ ਜੋ ਲੰਮਾ ਬਲਾਊਜ਼ ਵਰਗਾ ਕੱਪੜਾ ਪਾਇਆ ਹੋਇਆ ਸੀ, ਉਹਨੂੰ ਵੀ ਜ਼ਬਰਦਸਤੀ ਪਾੜ ਦਿੱਤਾ ਗਿਆ। ਇਹ ਆਦਮੀ ਕੱਪੜੇ ਪਾੜਦੇ ਹੋਏ ਮਨੋਰਮਾ ਤੋਂ ਪੁੱਛ ਰਹੇ ਸੀ, 10 ਹਥਿਆਰ ਕਿੱਥੇ ਨੇ, ਬੋਲ। ਅਤੇ ਇਹ ਸਭ ਕੁਝ ਘਰ ਦੇ ਅੰਦਰ ਬੰਦ ਕਰ ਦਿੱਤੇ ਗਏ ਮਨੋਰਮਾ ਦੇ ਭਰਾ ਅਤੇ ਉਹਦੀ ਮਾਂ ਅੱਧ ਖੁੱਲੇ ਦਰਵਾਜ਼ੇ ਵਿੱਚੋਂ ਅਤੇ ਖਿੜਕੀਆਂ ਵਿੱਚੋਂ ਦੇਖ ਰਹੀ ਸੀ ਅਤੇ ਚੀਕ ਰਹੇ ਸਨ। ਮਨੋਰਮਾ ਦਾ ਮੂੰਹ ਬੰਦ ਕਰ ਦਿੱਤਾ ਗਿਆ ਸੀ ਅਤੇ ਉਹਦੇ ਹੱਥ ਪਿੱਠ ਪਿੱਛੇ ਬੰਨ੍ਹ ਦਿੱਤੇ ਗਏ ਸੀ। ਕੱਪੜੇ ਪਾੜੇ ਜਾ ਰਹੇ ਸਨ ਅਤੇ ਮਨੋਰਮਾ ਪੂਰੀ ਤਾਕਤ ਨਾਲ ਬਚਣ ਦੀ ਨਾਕਾਮ ਕੋਸ਼ਿਸ਼ ਕਰ ਰਹੀ ਸੀ। ਉਹਦੇ ਬਚਾਅ ਦੀ ਕੋਸ਼ਿਸ਼ ਕਾਰਨ ਤੈਸ਼ ਵਿੱਚ ਆ ਕੇ ਉਸ ਆਦਮੀ ਨੇ ਚਾਕੂ ਦੀ ਨੋਕ ਮਨੋਰਮਾ ਦੇ ਪੱਟ ਤੇ ਰੱਖ ਕੇ ਜ਼ਖਮ ਕਰਨਾ ਸ਼ੁਰੂ ਕਰ ਦਿੱਤਾ। ਅਗਲੇ ਕਈ ਮਿੰਟਾਂ ਤੱਕ ਤੜਫਦੀ ਹੋਈ ਮਨੋਰਮਾ ਨੂੰ ਉਹਦਾ ਪੂਰਾ ਪਰਿਵਾਰ ਵਿਲਕਦੇ ਹੋਏ ਦੇਖਦਾ ਰਿਹਾ। ਕੁਝ ਲੋਕ ਵਾਰੀ-ਵਾਰੀ ਨਾਲ ਮਨੋਰਮਾ ਨਾਲ ਬਲਾਤਕਾਰ ਕਰ ਚੁੱਕੇ ਸਨ, ਪਰ ਕਹਾਣੀ ਇੱਥੇ ਹੀ ਖਤਮ ਨਹੀਂ ਹੋਈ। ਇਸ ਤੋਂ ਬਾਅਦ ਤਰਸ ਭਰੀ ਹਾਲਾਤ ਵਿੱਚ ਜਿਉਂਦੀ ਮਨੋਰਮਾ ਨੂੰ ਉਹ ਟੀਮ ਆਪਣੇ ਨਾਲ ਜ਼ਬਰਦਸਤੀ ਲੈ ਗਈ। ਕਰੀਬ 2 ਘੰਟਿਆਂ ਬਾਅਦ ਦੇਰ ਰਾਤ ਜਾਂ ਸਵੇਰੇ 3:30 ਵਜੇ ਕੁਝ ਸਿਪਾਹੀ ਮਨੋਰਮਾ ਦੇ ਘਰ ਫੇਰ ਆਏ ਅਤੇ ਉਹਨਾਂ ਨੇ ਉਹਦੇ ਪਰਿਵਾਰ ਨੂੰ ਕਿਹਾ ਕਿ ਮਨੋਰਮਾ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਹਵਲਦਾਰ ਸੁਰੇਸ਼ ਕੁਮਾਰ ਨੇ ਅਰੈਸਟ ਮੈਮੋ ਤੇ ਮਨੋਰਮਾ ਦੀ ਮਾਂ ਦੇ ਦਸਤਖਤ ਕਰਵਾਏ। ਇਸ ਮੈਮੋ ਵਿੱਚ ਦਰਜ ਕੀਤਾ ਗਿਆ ਕਿ ਘਰ ਤੋਂ ਸਿੰਗਾਪੁਰ ਮੇਡ ਰੇਡੀਓ ਅਤੇ ਚਾਈਨਾ ਮੇਡ ਗਰਨੇਡ ਬਰਾਮਦ ਹੋਇਆ, ਜਦੋਂ ਕਿ ਮਨੋਰਮਾ ਦੇ ਪਰਿਵਾਰ ਨੇ ਕਿਹਾ ਕਿ ਘਰ ਤੋਂ ਇਹ ਸਿਪਾਹੀ ਸੋਨੇ ਦੇ ਗਹਿਣੇ ਲੈ ਕੇ ਗਏ। ਇਹ ਅਰੈਸਟ ਮੈਮੋ ਅਸਾਮ ਰਾਈਫਲਸ ਦੀ ਇੱਕ ਪ੍ਰਕਿਰਿਆ ਸੀ, ਜਿਹਦੇ ਵਿੱਚ ਆਪਰੇਸ਼ਨ ਨੂੰ ਅੰਜਾਮ ਦੇਣ ਵਾਲੀ ਟੀਮ ਗ੍ਰਿਫਤਾਰ ਕੀਤੇ ਗਏ ਵਿਅਕਤੀ ਦੇ ਪਰਿਵਾਰ ਤੋਂ ਨੋ ਕਲੇਮ ਸਰਟੀਫਿਕੇਟ ਲੈਂਦੀ ਹੈ। ਇਹਦਾ ਮਤਲਬ ਹੁੰਦਾ ਹੈ ਕਿ ਜੇਕਰ ਪਰਿਵਾਰ ਇਸ ਮੈਮੋ ਤੇ ਦਸਤਖਤ ਕਰਦਾ ਹੈ ਤਾਂ ਮੰਨਿਆ ਜਾਂਦਾ ਹੈ ਕਿ ਉਸ ਪਰਿਵਾਰ ਦੇ ਨਾਲ ਕੋਈ ਜ਼ਬਰਦਸਤੀ ਜਾਂ ਬਦਸਲੂਕੀ ਨਹੀਂ ਕੀਤੀ ਗਈ ਅਤੇ ਘਰ ਦੇ ਸਮਾਨ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ ਗਿਆ। ਮਨੋਰਮਾ ਨੂੰ ਘਰ ਤੋਂ ਲੈ ਕੇ ਜਾਣ ਦੇ ਕਰੀਬ 2-2.5 ਘੰਟੇ ਤੋਂ ਬਾਅਦ ਗੋਲੀਆਂ ਨਾਲ ਛਲਣੀ ਮਨੋਰਮਾ ਦੀ ਲਾਸ਼ ਉਹਦੇ ਘਰ ਤੋਂ ਕਰੀਬ 4 ਕਿਲੋਮੀਟਰ ਦੂਰੀ ਤੋਂ ਮਿਲੀ। ਲਾਸ਼ ਨੂੰ ਵੇਖ ਕੇ ਕਈ ਲੋਕਾਂ ਦਾ ਮੰਨਣਾ ਸੀ ਕਿ ਗੋਲੀਆਂ ਮਾਰਨ ਤੋਂ ਪਹਿਲਾਂ ਮਨੋਰਮਾ ਦੇ ਨਾਲ ਬੁਰੀ ਤਰ੍ਹਾਂ ਬਲਾਤਕਾਰ ਕੀਤਾ ਗਿਆ। ਦੂਸਰੀ ਕਹਾਣੀ ਅਸਾਮ ਰਾਈਫਲਸ ਦੇ ਬਿਆਨਾਂ ਦੇ ਹਿਸਾਬ ਤੋਂ 10 ਜੁਲਾਈ ਸਨ 2004 ਨੂੰ ਕਈ ਜ਼ਰੀਆਂ ਤੋਂ ਪੁਖਤਾ ਖਬਰ ਮਿਲ ਚੁੱਕੀ ਸੀ ਕਿ ਮਨੋਰਮਾ ਦੇਵੀ ਉਰਫ ਹੇਨਥਾਈ ਬੈਮਨ ਕੈਂਪ ਮੈਈ ਇਲਾਕੇ ਵਿੱਚ ਲੁਕੀ ਹੋਈ ਸੀ। ਇਹ ਪਤਾ ਲਗਾਇਆ ਜਾ ਚੁੱਕਿਆ ਸੀ ਕਿ ਮਨੋਰਮਾ ਸਨ 1995 ਤੋਂ ਅੱਤਵਾਦੀ ਗਤੀਵਿਧੀਆਂ ਨਾਲ ਜੁੜੀ ਹੋਈ ਸੀ ਅਤੇ ਆਈਡੀ ਵਰਗੇ ਧਮਾਕਿਆਂ ਦੇ ਬਾਰੇ ਵਿੱਚ ਮਾਹਰ ਸੀ। ਇਹਦਾ ਸੰਬੰਧ ਪਾਬੰਦੀਸ਼ੁਦਾ ਖਾੜਕੂ ਸੰਗਠਨ ਪੀਪਲਜ਼ ਲਿਬਰੇਸ਼ਨ ਆਰਮੀ ਦੇ ਨਾਲ ਸੀ। ਰਾਤ ਦੇ 12 ਵਜੇ ਤੋਂ ਬਾਅਦ ਇਸ ਇਲਾਕੇ ਵਿੱਚ ਇੱਕ ਚੈੱਕ ਪੋਸਟ ਤੁਰੰਤ ਤਿਆਰ ਕਰਨ ਦੇ ਲਈ ਆਪਰੇਸ਼ਨ ਸ਼ੁਰੂ ਕੀਤਾ ਗਿਆ। ਮਨੋਰਮਾ ਦੇ ਇਸ ਇਲਾਕੇ ਵਿੱਚ ਹੋਣ ਦੀ ਪੁਸ਼ਟੀ ਤੋਂ ਬਾਅਦ ਉਹਨੂੰ ਫੜ ਕੇ ਆਪਰੇਸ਼ਨ ਸ਼ੁਰੂ ਹੋਇਆ ਅਤੇ ਪੂਰੇ ਇਲਾਕੇ ਦੀ ਘੇਰਾਬੰਦੀ ਕੀਤੀ ਗਈ। ਰਾਤ ਦੇ ਕਰੀਬ 3 ਵਜੇ ਅਫਸਰ ਉਸ ਘਰ ਪਹੁੰਚੇ ਜਿੱਥੇ ਮਨੋਰਮਾ ਲੁਕੀ ਹੋਈ ਸੀ। ਉਹਨਾਂ ਨੇ ਦਰਵਾਜ਼ਾ ਖੜਕਾ ਕੇ ਅਰੈਸਟ ਮੈਮੋ ਤੇ ਮਨੋਰਮਾ ਦੇ ਪਰਿਵਾਰ ਦੇ ਦਸਤਖਤ ਕਰਵਾਏ ਅਤੇ ਮਨੋਰਮਾ ਨੂੰ ਗ੍ਰਿਫਤਾਰ ਕਰਕੇ ਆਪਣੇ ਨਾਲ ਲੈ ਗਏ। ਗ੍ਰਿਫਤਾਰੀ ਤੋਂ ਬਾਅਦ ਥੋੜ੍ਹੀ ਬਹੁਤ ਪੁੱਛਗਿੱਛ ਕੀਤੀ ਗਈ ਤਾਂ ਮਨੋਰਮਾ ਨੇ ਆਪਣੀ ਇੱਕ ਹੋਰ ਸਾਥੀ ਖਾੜਕੂ ਲੈਫਟੀਨੈਂਟ ਰੂਬੀ ਦੇ ਬਾਰੇ ਦੱਸਿਆ ਅਤੇ ਇਹ ਵੀ ਦੱਸਿਆ ਕਿ ਉਹਦੇ ਕੋਲ ਇੱਕ AK-47 ਹੈ। 2 ਘੰਟਿਆਂ ਤੋਂ ਜ਼ਿਆਦਾ ਸਮਾਂ ਇੱਧਰ ਉੱਧਰ ਗੱਡੀ ਘੁਮਾਉਣ ਤੋਂ ਬਾਅਦ ਫੌਜੀ ਮਨੋਰਮਾ ਦੇ ਨੇੜਲੇ ਪੁਲਿਸ ਥਾਣੇ ਵਿੱਚ ਹੈਂਡਓਵਰ ਕਰਨ ਲੈ ਕੇ ਜਾ ਰਹੇ ਸਨ ਤਾਂ ਉਸ ਸਮੇਂ ਅਚਾਨਕ ਮਨੋਰਮਾ ਨੇ ਭੱਜਣ ਦੀ ਕੋਸ਼ਿਸ਼ ਕੀਤੀ। ਸਿਪਾਹੀਆਂ ਨੇ ਉਹਨੂੰ ਰੁਕ ਜਾਣ ਦੇ ਲਈ ਆਵਾਜ਼ ਮਾਰੀ ਪਰ ਉਹ ਨਹੀਂ ਰੁਕੀ ਅਤੇ ਭੱਜਣ ਲੱਗੀ। ਫਿਰ ਸਿਪਾਹੀਆਂ ਨੇ ਉਹਨੂੰ ਰੋਕਣ ਦੇ ਮਕਸਦ ਨਾਲ ਹਵਾਈ ਫਾਇਰ ਵੀ ਕੀਤੇ ਪਰ ਉਹ ਨਾ ਰੁਕੀ। ਉਸ ਤੋਂ ਬਾਅਦ ਮਨੋਰਮਾ ਦੇ ਪੈਰਾਂ ਨੂੰ
ਨਿਸ਼ਾਨਾ ਬਣਾ ਕੇ ਗੋਲੀਆਂ ਮਾਰੀਆਂ ਅਤੇ ਇਸ ਫਾਇਰਿੰਗ ਵਿੱਚ ਉਹਦੀ ਮੌਤ ਹੋ ਗਈ। ਇਸ ਕਹਾਣੀ ਤੇ ਉੱਠੇ ਸਵਾਲ। ਮਨੋਰਮਾ ਦੀ ਲਾਸ਼ ਜਦੋਂ ਹੈਂਡਓਵਰ ਕੀਤੀ ਗਈ ਤਾਂ ਇੱਕ ਵੀ ਗੋਲੀ ਉਹਦੇ ਪੈਰ ਵਿੱਚ ਨਹੀਂ ਸੀ ਲੱਗੀ। ਮਨੋਰਮਾ ਨੂੰ ਕੁੱਲ 16 ਗੋਲੀਆਂ ਲੱਗੀਆਂ ਸੀ, ਜਿਨ੍ਹਾਂ ਵਿੱਚੋਂ ਵਧੇਰੇ ਉਹਦੇ ਗੁਪਤ ਅੰਗ ਵਿੱਚ ਵੱਜੀਆਂ ਸਨ। ਅਸਾਮ ਰਾਈਫਲਸ ਦੇ ਮੁਤਾਬਕ ਖਤਰਨਾਕ ਅੱਤਵਾਦੀ ਜਿਹਦੇ ਲਈ ਪੂਰੇ ਇਲਾਕੇ ਨੂੰ ਛਾਉਣੀ ਬਣਾਇਆ ਗਿਆ, ਉਹ ਇੰਨੀ ਸੌਖ ਨਾਲ ਗ੍ਰਿਫਤ ਵਿੱਚ ਕਿਵੇਂ ਆ ਗਈ ਅਤੇ ਇੰਨੀ ਮੂਰਖਤਾ ਨਾਲ ਕਿਉਂ ਭੱਜੀ। ਮਨੋਰਮਾ ਦੇ ਪਰਿਵਾਰ ਨੇ ਉਹਨੂੰ ਲੈ ਜਾਣ ਤੋਂ ਤੁਰੰਤ ਬਾਅਦ ਹੀ ਵਿਰੋਧ ਕਰਨਾ ਸ਼ੁਰੂ ਕਿਉਂ ਕੀਤਾ ਅਤੇ ਕੁਝ ਹੀ ਸਮੇਂ ਵਿੱਚ ਭਾਰੀ ਲੋਕ ਹਮਾਇਤ ਮਨੋਰਮਾ ਅਤੇ ਉਹਦੇ ਪਰਿਵਾਰ ਦੇ ਪੱਖ ਵਿੱਚ ਕਿਵੇਂ ਆਈ। ਇਹ ਹੈ ਸਮੂਹਿਕ ਬਲਾਤਕਾਰ ਤੋਂ ਬਾਅਦ ਕਤਲ ਕੀਤੀ ਗਈ ਮਨੋਰਮਾ ਦੀ ਲਾਸ਼। ਅੰਡਰਵੀਅਰ ਵਿੱਚ ਚਾਕੂ ਘੁਸੇੜ ਕੇ ਭਰਾ ਦੇ ਸਾਹਮਣੇ ਹੋਇਆ ਸੀ ਬਲਾਤਕਾਰ ਮਨੋਰਮਾ ਦਾ। 14 ਵਰ੍ਹਿਆਂ ਤੋਂ ਇਨਸਾਫ ਨਹੀਂ ਮਿਲਿਆ। ਪ੍ਰੇਰਣਾ ਪ੍ਰਥਮ, ਉਹ ਲੜਕੀ ਜਿਹਦੇ ਬਲਾਤਕਾਰ ਅਤੇ ਕਤਲ ਨੇ ਮਨੀਪੁਰ ਵਿੱਚ ਫੌਜੀਆਂ ਤੇ ਗੰਭੀਰ ਸਵਾਲ ਉਠਾਏ, ਪਰ ਹੋਇਆ ਕੁਝ ਨਹੀਂ। 10 ਜੁਲਾਈ ਸਨ 2004 ਅੱਧੀ ਰਾਤ ਦੇ ਲਗਭਗ ਸਮਾਂ ਥਾਨਗਜ਼ਮ ਬਾਸੂ ਆਪਣੇ ਘਰ ਵਿੱਚ ਰਾਜੂ ਚਾਚਾ ਫਿਲਮ ਦੇਖ ਰਿਹਾ ਸੀ। ਉਸੇ ਵੇਲੇ ਬਾਹਰ ਤੋਂ ਕੁਝ ਰੌਲੇ ਦੀ ਆਵਾਜ਼ ਆਈ। ਜਦੋਂ ਤੱਕ ਉਹ ਕੁਝ ਸਮਝਦਾ, ਉਹਦੇ ਘਰ ਵਿੱਚ ਧੜਾ ਧੜ ਕਰਦੇ ਹੋਏ ਫੌਜ ਦੇ ਕੁਝ ਜਵਾਨ ਵੜ ਆਏ। ਥਾਨਗਜ਼ਮ ਦੀ ਮਾਂ ਖੁਮਾਨਲੇਈਮਾ ਦੇਵੀ ਵੀ ਜਾਗਦੀ ਸੀ। ਭੱਜੀ ਭੱਜੀ ਆਈ। ਉਹਨਾਂ ਤੋਂ ਹਿੰਦੀ ਵਿੱਚ ਕੁਝ ਪੁੱਛਿਆ ਉਹਨਾਂ ਫੌਜੀਆਂ ਨੇ, ਪਰ ਉਹਨੂੰ ਸਮਝ ਨਹੀਂ ਆਇਆ। ਫਿਰ ਉਹਨਾਂ ਵਿੱਚੋਂ ਇੱਕ ਨੇ ਲੋਕਲ ਭਾਸ਼ਾ ਵਿੱਚ ਪੁੱਛਿਆ, ਇੱਥੇ ਕੋਈ ਹੈਨਥੋਈ ਨਾਮ ਦੀ ਔਰਤ ਹੈ? ਉਦੋਂ ਤੱਕ ਮਨੋਰਮਾ ਉੱਥੇ ਆਈ। ਥਾਨਗਜ਼ਮ ਮਨੋਰਮਾ। ਉਹਨੂੰ ਵੇਖਦਿਆਂ ਹੀ 17 ਅਸਾਮ ਰਾਈਫਲਸ ਦੇ ਇਹ ਸਿਪਾਹੀ ਉਹਨੂੰ ਘਸੀਟ ਕੇ ਬਾਹਰ ਲੈ ਗਏ। ਮਨੋਰਮਾ ਚੀਕੀ, ਮਾਂ ਮਾਂ, ਇਹਨਾਂ ਨੂੰ ਰੋਕੋ। ਪਰ ਮਾਂ ਨੂੰ ਧੱਕੇ ਮਾਰ ਕੇ ਪਿੱਛੇ ਧਕੇਲ ਦਿੱਤਾ ਗਿਆ। ਮਨੋਰਮਾ ਨੂੰ ਘਸੀਟਦੇ ਹੋਏ ਵਿਹੜੇ ਵਿੱਚ ਲੈ ਜਾਇਆ ਗਿਆ। ਇੱਕ ਸਿਪਾਹੀ ਨੇ ਬਾਸੂ ਦੇ ਕਮਰੇ ਤੋਂ ਤੌਲੀਆ ਅਤੇ ਕੁਝ ਕੱਪੜੇ ਲਏ। ਰਸੋਈ 'ਚੋਂ ਐਲੂਮੀਨੀਅਮ ਦਾ ਇੱਕ ਭਾਂਡਾ ਅਤੇ ਇੱਕ ਚਾਕੂ ਚੁੱਕਿਆ। ਵਾਲਾਂ ਤੋਂ ਫੜ ਕੇ ਮਨੋਰਮਾ ਨੂੰ ਵਿਹੜੇ ਦੇ ਇੱਕ ਬੈਂਚ 'ਤੇ ਬਿਠਾ ਦਿੱਤਾ ਗਿਆ। ਬਾਸੂ ਨੇ ਆਪਣੀ ਭੈਣ ਦੇ ਕਮਰੇ ਦੀ ਖਿੜਕੀ ਤੋਂ ਵੇਖਿਆ ਤਾਂ ਉਹਦੀ ਭੈਣ ਜ਼ਮੀਨ 'ਤੇ ਪਿੱਠ ਦੇ ਭਾਰ ਪਈ ਹੋਈ ਸੀ। ਉਹਦੇ ਹੱਥ ਪਿੱਛੇ ਬੰਨੇ ਹੋਏ ਸਨ। ਸਾਦੇ ਕੱਪੜਿਆਂ ਵਿੱਚ ਆਦਮੀ ਫੌਜੀ ਉਹਦੀ ਭੈਣ ਦੇ ਖੱਬੇ ਪਾਸੇ ਝੁਕਿਆ ਹੋਇਆ ਸੀ ਅਤੇ ਆਪਣੇ ਸੱਜੇ ਹੱਥ ਨਾਲ ਉਸ ਦੀ ਅੰਡਰਵੀਅਰ ਵਿੱਚ ਚਾਕੂ ਘੁਸੇੜ ਰਿਹਾ ਸੀ। ਮਨੋਰਮਾ ਨੇ ਫਾਨੇਕ ਪਾਇਆ ਹੋਇਆ ਸੀ, ਮਨੀਪੁਰ ਔਰਤਾਂ ਦਾ ਪਾਰੰਪਰਿਕ ਪਹਿਰਾਵਾ। ਉਸ ਔਰਤ ਨੇ ਮਨੋਰਮਾ ਦਾ ਫਾਨੇਕ ਹੇਠਾਂ ਖਿੱਚਿਆ ਅਤੇ ਫਿਰ ਉਹਦੀ ਟੀ-ਸ਼ਰਟ ਉੱਪਰ ਖਿੱਚ ਦਿੱਤੀ। ਉਦੋਂ ਤੱਕ ਦੂਸਰੇ ਸਿਪਾਹੀ ਨੇ ਬਾਸੂ ਨੂੰ ਅੰਦਰੋਂ ਇਹ ਸਭ ਦੇਖਦੇ ਹੋਏ ਦੇਖ ਲਿਆ ਅਤੇ ਖਿੜਕੀ 'ਤੇ ਬੰਦੂਕ ਦਾ ਬੱਟ ਦੇ ਮਾਰਿਆ। ਹੁਣ ਮਨੋਰਮਾ ਨੂੰ ਬਾਹਰ ਲਿਆਂਦਾ ਗਿਆ। ਸਿਪਾਹੀਆਂ ਦੇ ਸਾਹਮਣੇ ਉਹਦੇ ਕੱਪੜੇ ਬਦਲਵਾਏ ਗਏ। ਉਹਦੇ ਬਾਅਦ ਅਰੈਸਟ ਮੈਮੋ ਸਾਈਨ ਕਰਵਾਇਆ ਗਿਆ। 2 ਸਿਪਾਹੀਆਂ ਨੇ ਗਵਾਹਾਂ ਦੀ ਜਗ੍ਹਾ ਦਸਤਖਤ ਕੀਤੇ। ਅਰੈਸਟ ਮੈਮੋ ਦੀ ਇੱਕ ਕਾਪੀ ਅਤੇ ਨੋ ਕਲੇਮ ਸਰਟੀਫਿਕੇਟ ਮਨੋਰਮਾ ਦੇ ਪਰਿਵਾਰ ਵਾਲਿਆਂ ਨੂੰ ਦਿੱਤਾ ਗਿਆ। ਮਨੋਰਮਾ ਨੂੰ ਉੱਥੋਂ ਲੈ ਜਾਇਆ ਗਿਆ। ਉਹਨੇ ਆਪਣੇ ਭਰਾ ਨੂੰ ਕਿਹਾ, ਇਹਨਾਂ ਨੇ ਜੋ ਕਰਨਾ ਸੀ ਕਰ ਲਿਆ, ਸਵੇਰੇ ਜਲਦੀ ਆ ਕੇ ਥਾਣੇ ਤੋਂ ਮੈਨੂੰ ਲੈ ਆਉਣਾ। ਮਨੋਰਮਾ ਅਗਲੀ ਸਵੇਰ ਮਰੀ ਹੋਈ ਮਿਲੀ। ਇਹ ਹਿੱਸੇ ਹਨ ਉਸ ਰਿਪੋਰਟ ਦੇ ਜੋ 2014 ਵਿੱਚ ਜਾਰੀ ਕੀਤੀ ਗਈ। ਰਿਪੋਰਟ ਹੈ ਮਨੋਰਮਾ ਦੇ ਬਲਾਤਕਾਰ ਅਤੇ ਕਤਲ ਦੀ। ਰਿਪੋਰਟ ਹੈ ਉਸ ਸਿਸਟਮ ਦੀ ਜਿਹਨੇ 10 ਵਰ੍ਹਿਆਂ ਤੱਕ ਇੱਕ ਵਹਿਸ਼ੀ ਬਲਾਤਕਾਰ ਤੇ ਘਿਨਾਉਣੇ ਕਤਲ ਦੀ ਗੱਲ ਤੇ ਚੂੰ ਤੱਕ ਨਾ ਕੀਤੀ, ਸਿਰਫ ਇਸ ਵਜ੍ਹਾ ਨਾਲ ਕਿਉਂਕਿ ਇਸ ਅਪਰਾਧ ਨੂੰ ਕਰਨ ਵਾਲੇ ਸਿਸਟਮ ਦੇ ਆਪਣੇ ਲੋਕ ਸਨ। 2004 ਵਿੱਚ ਹੋਏ ਇਸ ਬਲਾਤਕਾਰ ਅਤੇ ਕਤਲ ਤੋਂ ਬਾਅਦ ਮਨੀਪੁਰ ਵਿੱਚ ਜਲਜਲਾ ਆਇਆ ਸੀ। ਇਹਦੀ ਰਿਪੋਰਟ ਕੌਨਫੀਡੈਂਸ਼ੀਅਲ ਰੱਖੀ ਗਈ ਸੀ, ਪਰ 2014 ਵਿੱਚ ਇੱਕ ਜਨਹਿਤ ਪਟੀਸ਼ਨ ਦੀ ਸੁਣਵਾਈ ਦੇ ਦੌਰਾਨ ਇਹਨੂੰ ਨਸ਼ਰ ਕੀਤਾ ਗਿਆ। ਦਾ ਵੀਕ ਨੇ ਇਸ ਪੂਰੇ ਘਟਨਾ ਦੀ ਸਟੋਰੀ ਕੀਤੀ ਅਤੇ ਖਾਸ ਤੌਰ 'ਤੇ ਮਨੋਰਮਾ ਦੇ ਪਰਿਵਾਰ ਦੇ ਨਾਲ ਗੱਲ ਕੀਤੀ। ਇਸ ਆਰਟੀਕਲ ਦੇ ਕੁਝ ਹਿੱਸੇ ਦਾ ਵੀਕ ਤੋਂ ਲਏ ਗਏ ਹਨ। ਬਾਕੀ ਦੀ ਜਾਣਕਾਰੀ ਪਬਲਿਕ ਡੋਮੇਨ ਵਿੱਚ ਉਪਲਬਧ ਹੈ। ਮਨੀਪੁਰ ਵਿੱਚ 13 ਵਰ੍ਹੇ ਪਹਿਲਾਂ ਕਿਉਂ ਕਰਨਾ ਪਿਆ ਸੀ ਔਰਤਾਂ ਨੂੰ ਨਗਨ ਪ੍ਰਦਰਸ਼ਨ? ਗੀਤਾ ਪਾਂਡੇ। ਅਕਸਰ ਅਜਿਹਾ ਹੁੰਦਾ ਹੈ ਕਿ ਕੁਝ ਲੋਕ ਖਬਰਾਂ ਵਿੱਚ ਆਉਂਦੇ ਹਨ ਅਤੇ ਫਿਰ ਕੁਝ ਸਮੇਂ ਤੱਕ ਸੁਰਖੀਆਂ ਵਿੱਚ ਆਉਣ ਲੱਗਦੇ ਹਨ। ਸਾਲ 2 ਸਾਲ ਬਾਅਦ ਖਬਰ ਦਾ ਉਤਸ਼ਾਹ ਘੱਟ ਹੁੰਦਿਆਂ ਹੀ ਅਜਿਹੇ ਲੋਕ ਵੀ ਮੀਡੀਆ ਦੀਆਂ ਨਜ਼ਰਾਂ ਤੋਂ ਦੂਰ ਹੋ ਜਾਂਦੇ ਹਨ। 13 ਵਰ੍ਹੇ ਪਹਿਲਾਂ ਮਨੀਪੁਰ ਦੀਆਂ ਕੁਝ ਮਾਵਾਂ ਅਤੇ ਦਾਦੀਆਂ ਨੇ ਨਗਨ ਹੋ ਕੇ ਵਿਰੋਧ ਪ੍ਰਦਰਸ਼ਨ ਕੀਤਾ ਸੀ। ਸਾਰੀਆਂ ਬੰਦਿਸ਼ਾਂ ਨੂੰ ਤੋੜਦੇ ਹੋਏ 12 ਔਰਤਾਂ ਨੇ ਭਾਰਤੀ ਸੁਰੱਖਿਆ ਦਸਤਿਆਂ ਨੂੰ ਚੁਣੌਤੀ ਦਿੱਤੀ ਅਤੇ ਆਖਰਕਾਰ ਉਸ ਪ੍ਰਦਰਸ਼ਨ ਦੀ ਵਜ੍ਹਾ ਨਾਲ ਇਸ ਉੱਤਰ ਪੂਰਬੀ ਰਾਜ ਵਿੱਚ ਜ਼ਮੀਨੀ ਬਦਲਾਅ ਦਾ ਰਸਤਾ ਖੁੱਲ੍ਹਿਆ। ਇਸ ਬਾਰੇ ਗੱਲ ਕਰਨ ਲਈ ਇਹਨਾਂ ਵਿੱਚੋਂ 11 ਔਰਤਾਂ ਹਾਲ ਹੀ ਵਿੱਚ ਇੰਫਾਲ ਵਿੱਚ ਇਕੱਠੀਆਂ ਹੋਈਆਂ।
12ਵੀਂ ਪ੍ਰਦਰਸ਼ਨਕਾਰੀ ਦੀ 5 ਵਰ੍ਹੇ ਪਹਿਲਾਂ ਮੌਤ ਹੋ ਚੁੱਕੀ ਹੈ। ਇਹਨਾਂ ਵਿੱਚੋਂ ਜ਼ਿਆਦਾਤਰ ਆਪਣੀ ਉਮਰ ਦੇ ਆਖਰੀ ਪੜਾਅ 'ਤੇ ਹਨ। ਜ਼ਿਆਦਾਤਰ ਕਾਫੀ ਬਜ਼ੁਰਗ ਹੋ ਚੁੱਕੀਆਂ ਹਨ ਅਤੇ ਉਹਨਾਂ ਦੀਆਂ ਅੱਖਾਂ ਦੀ ਰੌਸ਼ਨੀ ਖਤਮ ਹੋਣ ਦੇ ਕੰਢੇ 'ਤੇ ਹੈ। ਇੱਕ ਹੋਰ ਨੂੰ ਇੱਥੋਂ ਤੱਕ ਆਉਣ ਲਈ ਆਪਣੀ ਲੜਕੀ ਦਾ ਸਹਾਰਾ ਲੈਣਾ ਪਿਆ, ਕਿਉਂਕਿ ਬਿਨਾਂ ਸਹਾਰੇ ਤੋਂ ਉਹ ਚੱਲ ਫਿਰ ਨਹੀਂ ਸਕਦੀ। ਜਦੋਂ ਉਹਨਾਂ ਨੇ ਉਸ ਦਿਨ ਬਾਰੇ ਦੱਸਣਾ ਸ਼ੁਰੂ ਕੀਤਾ ਤਾਂ ਇਹ ਕਲਪਨਾ ਕਰਨੀ ਵੀ ਮੁਸ਼ਕਲ ਸੀ ਕਿ ਇਹਨਾਂ ਹੀ ਔਰਤਾਂ ਨੇ ਉਹ ਪ੍ਰਦਰਸ਼ਨ ਕੀਤਾ ਸੀ। ਮਣੀਪੁਰ ਨੇ ਦਹਾਕਿਆਂ ਤੱਕ ਵਿਦਰੋਹ ਦੀ ਸਮੱਸਿਆ ਦਾ ਸਾਹਮਣਾ ਕੀਤਾ ਹੈ, ਜਦ ਕਿ ਅੱਧੀ ਸਦੀ ਤੋਂ ਭਾਰਤੀ ਫੌਜ ਦੇ ਕੋਲ ਅਫਸਪਾ ਦੇ ਤਹਿਤ ਕਿਸੇ ਨੂੰ ਵੀ ਗੋਲੀ ਮਾਰ ਦੇਣ ਦਾ ਹੱਕ ਰਿਹਾ ਹੈ। ਅਕਸਰ ਸੁਰੱਖਿਆ ਦਲਾਂ ਉੱਤੇ ਮਨੁੱਖੀ ਹੱਕਾਂ ਦੀ ਉਲੰਘਣਾ ਦੇ ਦੋਸ਼ ਲੱਗੇ, ਪਰ ਜੁਲਾਈ ਸਨ 2004 ਵਿੱਚ ਨੀਮ ਫੌਜੀ ਦਲਾਂ ਵੱਲੋਂ 32 ਵਰ੍ਹਿਆਂ ਦੀ ਇੱਕ ਔਰਤ ਨਾਲ ਗੈਂਗ ਰੇਪ ਤੇ ਫਿਰ ਕਤਲ ਕਰ ਦਿੱਤੇ ਜਾਣ ਦੇ ਮਾਮਲੇ ਨੇ ਸੂਬੇ ਦੇ ਲੋਕਾਂ ਨੂੰ ਅੰਦੋਲਿਤ ਕਰ ਦਿੱਤਾ। ਖਾੜਕੂਆਂ ਨਾਲ ਲੜਨ ਲਈ ਮਣੀਪੁਰ ਵਿੱਚ ਤੈਨਾਤ ਅਸਾਮ ਰਾਈਫਲਸ ਦੇ ਜਵਾਨਾਂ ਨੇ 11 ਜੁਲਾਈ ਦੀ ਅੱਧੀ ਰਾਤ ਨੂੰ ਮਨੋਰਮਾ ਦੇ ਘਰ ਤੋਂ ਚੁੱਕ ਲਿਆ। ਮਨੋਰਮਾ ਦੇ ਨਾਲ ਗੈਂਗ ਰੇਪ ਹੋਇਆ ਤੇ ਫਿਰ ਉਹਦਾ ਕਤਲ ਕਰ ਦਿੱਤਾ ਗਿਆ। ਕੁਝ ਘੰਟਿਆਂ ਬਾਅਦ ਸੜਕ ਦੇ ਕਿਨਾਰੇ ਤੋਂ ਉਹਦੀ ਕੱਟੀ ਵੱਢੀ ਤੇ ਗੋਲੀਆਂ ਨਾਲ ਛਲਣੀ ਹੋਈ ਲਾਸ਼ ਮਿਲੀ। ਇਹ ਨਿਸ਼ਾਨ ਹੀ ਟਾਰਚਰ ਅਤੇ ਬਲਾਤਕਾਰ ਦੀ ਗਵਾਹੀ ਦੇ ਰਹੇ ਸਨ। ਅਸਾਮ ਰਾਈਫਲਸ ਨੇ ਇਹਦੇ ਵਿੱਚ ਆਪਣਾ ਹੱਥ ਹੋਣ ਤੋਂ ਨਾ ਕੀਤੀ, ਪਰ ਸੂਬੇ ਦੇ ਲੋਕਾਂ ਦਾ ਗੁੱਸਾ ਫੁੱਟ ਪਿਆ। ਉਦੋਂ ਹੀ ਕੇਂਦਰ ਸਰਕਾਰ ਦੇ ਵਿਰੁੱਧ ਇਹ ਬਹੁਤ ਚਰਚਿਤ ਪ੍ਰਦਰਸ਼ਨ ਹੋਇਆ, ਜਿਸ ਨੂੰ ਮਦਰਜ਼ ਪ੍ਰੋਟੈਸਟ ਕਿਹਾ ਜਾਂਦਾ ਹੈ। ਇਹ ਸਭ ਘਰੇਲੂ ਔਰਤਾਂ ਸਨ, ਵਧੇਰੇ ਗਰੀਬ ਪਰਿਵਾਰਾਂ 'ਚੋਂ ਸਨ ਅਤੇ ਕਈ ਆਪਣੇ ਪਰਿਵਾਰ ਦੇ ਗੁਜ਼ਾਰੇ ਲਈ ਨਿੱਕੀਆਂ-ਮੋਟੀਆਂ ਨੌਕਰੀਆਂ ਵੀ ਕਰਦੀਆਂ ਸਨ। ਇਹਨਾਂ ਵਿੱਚੋਂ ਸਭ ਤੋਂ ਬਜ਼ੁਰਗ ਪ੍ਰਦਰਸ਼ਨਕਾਰੀ 73 ਵਰ੍ਹਿਆਂ ਦੀ ਤੇ ਸਭ ਤੋਂ ਜਵਾਨ 45 ਵਰ੍ਹਿਆਂ ਦੀ ਸੀ। ਇਹਨਾਂ ਸਾਰੀਆਂ ਦੇ ਕੁੱਲ 46 ਬੱਚੇ ਤੇ 74 ਦੋਤੇ ਪੋਤੇ ਸਨ। ਇਹ ਸਮਾਜਿਕ ਕਾਰਕੁਨ ਵੀ ਸਨ, ਜਿਨ੍ਹਾਂ ਨੂੰ ਮੇਰਾ ਪਾਈਬਿਸ ਭਾਵ ਮਿਸਾਲ ਫੜਨ ਵਾਲਾ ਕਿਹਾ ਜਾਂਦਾ ਹੈ। ਉਹ ਇੱਕ ਦੂਜੇ ਨੂੰ ਜਾਣਦੀਆਂ ਸਨ, ਪਰ ਵੱਖ-ਵੱਖ ਜਥੇਬੰਦੀਆਂ ਨਾਲ ਜੁੜੀਆਂ ਹੋਈਆਂ ਸਨ। ਇਹਨਾਂ ਵਿੱਚੋਂ ਕੁਝ ਨੇ ਮਨੋਰਮਾ ਦੇ ਪਰਿਵਾਰ ਨਾਲ ਗੱਲਬਾਤ ਕੀਤੀ ਸੀ ਅਤੇ ਉਸ ਮੁਰਦਾ ਘਰ ਵਿੱਚ ਵੀ ਗਈਆਂ ਸਨ ਜਿੱਥੇ ਮਨੋਰਮਾ ਦੀ ਲਾਸ਼ ਰੱਖੀ ਗਈ ਸੀ। ਸੋਈਬਾਨਮੋ ਮੋਨ ਲੀਮਾ ਕਹਿੰਦੀ ਹੈ, ਇਸ ਨਾਲ ਮੈਨੂੰ ਬੜਾ ਗੁੱਸਾ ਆਇਆ। ਇਹ ਕੇਵਲ ਮਨੋਰਮਾ ਹੀ ਨਹੀਂ ਸੀ ਜਿਹਦਾ ਰੇਪ ਹੋਇਆ ਸੀ, ਅਸੀਂ ਸਾਰੀਆਂ ਨੇ ਆਪਣੇ ਆਪ ਨੂੰ ਬਲਾਤਕਾਰ ਪੀੜਤ ਮਹਿਸੂਸ ਕੀਤਾ। ਉਸ ਸਮੇਂ 73 ਵਰ੍ਹਿਆਂ ਦੀ ਥੋਕਚਮ ਰਮਾਨੀ ਨੇ ਦੱਸਿਆ, ਨਗਨ ਪ੍ਰਦਰਸ਼ਨ ਨੂੰ ਲੈ ਕੇ ਪਹਿਲੀ ਵਾਰ ਚਰਚਾ 12 ਜੁਲਾਈ ਨੂੰ ਮਣੀਪੁਰ ਵੂਮੈਨ ਸੋਸ਼ਲ ਰਿਫਾਰਮੇਸ਼ਨ ਆਫ ਡਿਵੈਲਪਮੈਂਟ ਸਮਾਜ ਦੀ ਇੱਕ ਮੀਟਿੰਗ ਵਿੱਚ ਹੋਈ, ਪਰ ਲੋਕਾਂ ਨੂੰ ਜਾਪਿਆ ਕਿ ਇਹ ਬਹੁਤ ਸੰਵੇਦਨਸ਼ੀਲ ਅਤੇ ਗਰਮ ਮੁੱਦਾ ਹੈ। ਉਹਨਾਂ ਨੇ ਦੱਸਿਆ ਕਿ ਉਸੇ ਦਿਨ ਬਾਅਦ ਵਿੱਚ ਜਦੋਂ ਵੱਖ-ਵੱਖ ਇਸਤਰੀ ਜਥੇਬੰਦੀਆਂ ਦੀ ਇੱਕ ਮੀਟਿੰਗ ਵਿੱਚ ਉਹਨਾਂ ਨੇ ਇਸ ਗੱਲ ਦਾ ਜ਼ਿਕਰ ਕੀਤਾ ਤਾਂ ਇਸ ਗੱਲ 'ਤੇ ਸਹਿਮਤੀ ਬਣੀ ਕਿ ਔਰਤਾਂ ਦਾ ਇੱਕ ਛੋਟਾ ਗਰੁੱਪ ਅਸਾਮ ਰਾਈਫਲਸ ਦੇ ਹੈੱਡਕੁਆਟਰ ਕਾਂਗਲਾ ਫੋਰਟ ਦੇ ਸਾਹਮਣੇ ਖੁੱਲ੍ਹੇਆਮ ਨਗਨ ਪ੍ਰਦਰਸ਼ਨ ਕਰੇ। ਪ੍ਰਦਰਸ਼ਨ ਦੇ ਦਿਨ 15 ਜੁਲਾਈ ਨੂੰ ਸਵੇਰੇ ਲਾਈਸ਼ਰਾਮ ਗਿਆਨੇਸ਼ਵਰੀ ਆਪਣੇ ਘਰੋਂ ਸਵੇਰੇ 5:30 ਵਜੇ ਨਿਕਲੀ। ਉਹਨੇ ਦੱਸਿਆ, ਮੈਂ ਨਗਨ ਪ੍ਰਦਰਸ਼ਨ ਵਿੱਚ ਜਾ ਰਹੀ ਹਾਂ। ਇਹ ਗੱਲ ਆਪਣੇ ਪਤੀ ਜਾਂ ਬੱਚਿਆਂ ਨੂੰ ਨਹੀਂ ਦੱਸੀ। ਮੈਨੂੰ ਨਹੀਂ ਸੀ ਪਤਾ ਕਿ ਇਸ ਉੱਤੇ ਕਿਹੋ ਜਿਹੀ ਪ੍ਰਤੀਕਿਰਿਆ ਹੋਵੇਗੀ। ਮੈਂ ਜਾਣਦੀ ਸੀ ਕਿ ਮੈਂ ਆਪਣੀ ਜ਼ਿੰਦਗੀ ਜੋਖਮ ਵਿੱਚ ਪਾ ਰਹੀ ਹਾਂ ਅਤੇ ਮੈਂ ਮਰ ਵੀ ਸਕਦੀ ਸੀ। ਇਹਦੇ ਲਈ ਮੈਂ ਆਪਣੇ ਪਤੀ ਦੇ ਪੈਰਾਂ ਨੂੰ ਹੱਥ ਲਾਇਆ, ਆਸ਼ੀਰਵਾਦ ਲਿਆ ਅਤੇ ਫਿਰ ਨਿਕਲ ਆਈ। ਲੌਰੇਂਬਾਮ ਨਗਾਨਬੀ ਸ਼ਹਿਰ ਤੋਂ 30 ਕਿਲੋਮੀਟਰ ਦੂਰ ਵਿਸ਼ਨੂਪੁਰ ਤੋਂ ਇੱਕ ਦਿਨ ਪਹਿਲਾਂ ਪਹੁੰਚੀ। ਉਸ ਸਮੇਂ ਸੂਬੇ ਦੇ ਕਈ ਹਿੱਸਿਆਂ ਵਿੱਚ ਕਰਫਿਊ ਸੀ ਅਤੇ ਬੱਸਾਂ ਨਹੀਂ ਸਨ ਚੱਲ ਰਹੀਆਂ। ਇਸ ਲਈ ਉਹ ਇੱਕ ਪ੍ਰਾਈਵੇਟ ਟੈਕਸੀ ਲੈ ਕੇ ਇੰਫਾਲ ਪਹੁੰਚੀ। ਉੱਥੋਂ ਉਹ ਕੁਝ ਕਿਲੋਮੀਟਰ ਪੈਦਲ ਚੱਲ ਕੇ ਇੱਕ ਹੋਰ ਪ੍ਰਦਰਸ਼ਨਕਾਰੀ ਹਾਓਬਾਮ ਇਸ਼ੇਤੋਬੀ ਦੇ ਘਰ ਪਹੁੰਚੀ। ਉਹ ਦੱਸਦੀ ਹੈ ਕਿ ਉੱਥੋਂ ਅਸੀਂ ਆਪਣੇ ਅੰਦਰੂਨੀ ਕੱਪੜੇ ਕੱਢ ਦਿੱਤੇ ਅਤੇ ਅਸੀਂ ਮਣੀਪੁਰ ਦੇ ਰਵਾਇਤੀ ਕੱਪੜੇ ਸਾਰੌਂਗ ਨਾਲ ਆਪਣੇ ਸਰੀਰ ਢੱਕ ਲਏ ਤਾਂ ਕਿ ਇੱਕਦਮ ਆਸਾਨੀ ਨਾਲ ਕੱਪੜੇ ਲਾਹੇ ਜਾ ਸਕਣ। ਸਵੇਰੇ 9 ਵਜੇ ਇੱਕ ਵੈਨ ਰਾਹੀਂ ਉਹ ਕਾਂਗਲਾ ਫੋਰਟ ਪਹੁੰਚੀਆਂ। ਪ੍ਰਦਰਸ਼ਨਕਾਰੀਆਂ ਅਤੇ ਹਮਾਇਤੀਆਂ ਨੂੰ ਲਿਜਾਣ ਲਈ ਵੈਨ ਨੇ 10 ਗੇੜੇ ਲਾਏ। ਉਹ ਫੋਰਟ ਦੇ ਨੇੜੇ ਨਹੀਂ ਸਨ, ਇਸ ਲਈ ਅਜਿਹੀ ਜਗ੍ਹਾ ਖੜ੍ਹੇ ਹੋਏ ਜਿੱਥੇ ਉਹ ਛੇਤੀ ਪਹੁੰਚ ਸਕਣ। ਲਾਈਸ਼ਰਾਮ ਨੇ ਦੱਸਿਆ, ਅਸੀਂ ਸਾਰੀਆਂ ਔਰਤਾਂ ਸਾਂ ਅਤੇ ਸਾਰੀਆਂ ਨੂੰ ਆਪਣੀ ਇੱਜ਼ਤ ਪਿਆਰੀ ਸੀ। ਮਣੀਪੁਰ ਇੱਕ ਰੂੜੀਵਾਦੀ ਸਮਾਜ ਹੈ। ਅਸੀਂ ਕਦੇ ਆਪਣੇ ਸਰੀਰ ਨਹੀਂ ਵਿਖਾਉਂਦੀਆਂ, ਇੱਥੋਂ ਤੱਕ ਕਿ ਆਪਣੀ ਅੱਡੀ ਵਿਖਾਉਣ ਲਈ ਵੀ ਸਾਨੂੰ ਝਿਜਕ ਹੁੰਦੀ ਹੈ। ਕਿਸੇ ਤਰ੍ਹਾਂ ਪ੍ਰਸ਼ਾਸਨ ਨੂੰ ਇਸ ਪ੍ਰਦਰਸ਼ਨ ਦੀ ਸੂਹ ਲੱਗ ਗਈ ਸੀ ਅਤੇ ਵੱਡੀ ਗਿਣਤੀ ਵਿੱਚ ਪੁਲਿਸ ਵਾਲੇ ਅਤੇ ਕਈ ਲੇਡੀਜ਼ ਕਾਂਸਟੇਬਲਾਂ ਫੋਰਟ ਦੇ ਸਾਹਮਣੇ ਇਕੱਠੇ ਹੋਣ ਲੱਗ ਪਏ ਸਨ। ਠੀਕ 10 ਵਜੇ 3 ਜਥਿਆਂ ਵਿੱਚ ਉਹ ਫੋਰਟ ਵੱਲ ਕੂਚ ਕਰਨ ਲੱਗੀਆਂ।
ਅਤੇ ਇਸ ਤੋਂ ਪਹਿਲਾਂ ਕਿ ਕੋਈ ਕੁਝ ਸਮਝ ਸਕਦਾ, ਉਹ ਸਾਰੀਆਂ ਨਗਨ ਹੋ ਗਈਆਂ। ਆਪਣੇ ਕੱਪੜੇ ਉਤਾਰ ਕੇ ਸੁੱਟ ਦਿੱਤੇ, ਛਾਤੀਆਂ ਪਿੱਟਣ ਲੱਗੀਆਂ, ਜ਼ਮੀਨ ਤੇ ਲੇਟ ਗਈਆਂ ਅਤੇ ਉਹਨਾਂ ਨੇ ਰੋਣਾ ਸ਼ੁਰੂ ਕਰ ਦਿੱਤਾ। ਇਹ ਔਰਤਾਂ ਆਪਣੇ ਨਾਲ ਬੈਨਰ ਲੈ ਕੇ ਆਈਆਂ ਸਨ, ਜਿਨ੍ਹਾਂ ਤੇ ਲਿਖਿਆ ਸੀ ਇੰਡੀਅਨ ਆਰਮੀ ਰੇਪ ਅਸ ਅਤੇ ਇੰਡੀਅਨ ਆਰਮੀ ਕਿਲ ਅਸ। ਹਾਲਾਂਕਿ ਉੱਥੇ ਕੋਈ ਲੀਡਰ ਨਹੀਂ ਸੀ। ਲੋਰੇਬਾਮ ਦੱਸਦੀ ਹੈ ਕਿ ਸਾਰੀਆਂ ਜ਼ੋਰ ਨਾਲ ਚੀਕੀਆਂ ਅਤੇ ਅੰਗਰੇਜ਼ੀ ਵਿੱਚ ਨਾਅਰੇ ਲਾਏ, ਕਿਉਂਕਿ ਅਸੀਂ ਉਹਨਾਂ ਨੂੰ ਉਸੇ ਭਾਸ਼ਾ ਵਿੱਚ ਸ਼ਰਮਿੰਦੇ ਕਰਨਾ ਚਾਹੁੰਦੇ ਸੀ ਜੋ ਉਹਨਾਂ ਨੂੰ ਤੇ ਬਾਕੀ ਦੁਨੀਆ ਨੂੰ ਸਮਝ ਆਉਂਦੀ ਹੈ। ਉਹ ਕਹਿੰਦੀ ਹੈ, ਮੈਂ ਸੋਚ ਰਹੀ ਸਾਂ ਕਿ ਉਹਨਾਂ ਦੀਆਂ ਹਰਕਤਾਂ ਬੰਦ ਹੋਣੀਆਂ ਚਾਹੀਦੀਆਂ ਹਨ, ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਦੁਨੀਆ ਵਿੱਚ ਕਿਤੇ ਵੀ ਔਰਤਾਂ ਦਾ ਬਲਾਤਕਾਰ ਨਹੀਂ ਹੋਣਾ ਚਾਹੀਦਾ। ਔਰਤਾਂ ਨੇ ਫੋਰਟ ਦੇ ਅੰਦਰ ਜਾਣ ਦੀ ਕੋਸ਼ਿਸ਼ ਕੀਤੀ, ਪਰ ਸਿਪਾਹੀਆਂ ਨੇ ਗੇਟ ਬੰਦ ਕਰ ਲਿਆ। ਲੈਸ਼ਰਾਮ ਦੱਸਦੀ ਹੈ ਕਿ 2 ਸੰਤਰੀਆਂ ਨੇ ਸਾਡੇ ਤੇ ਬੰਦੂਕਾਂ ਤਾਣ ਦਿੱਤੀਆਂ। ਅਸੀਂ ਉਹਨਾਂ ਨੂੰ ਗੋਲੀ ਚਲਾਉਣ ਲਈ ਲਲਕਾਰਿਆ ਤਾਂ ਉਹਨਾਂ ਨੇ ਆਪਣੇ ਹਥਿਆਰ ਨੀਵੇਂ ਕਰ ਲਏ। ਮੈਂ ਸਮਝਦੀ ਹਾਂ ਕਿ ਉਹ ਸ਼ਰਮਿੰਦੇ ਹੋਏ ਸਨ। ਛੇਤੀ ਹੀ ਭੀੜ ਇਕੱਠੀ ਹੋ ਗਈ। ਥਾਕਚੋਮ ਦੱਸਦੀ ਹੈ ਕਿ ਮੁਲਾਜ਼ਮਾਂ ਸਮੇਤ ਵਧੇਰੇ ਲੋਕ ਚੀਕ ਰਹੇ ਸਨ। ਇਹ ਪ੍ਰਦਰਸ਼ਨ ਸਿਰਫ 45 ਮਿੰਟ ਚੱਲਿਆ, ਪਰ ਇਹਨਾਂ 12 ਔਰਤਾਂ ਦੀ ਜ਼ਿੰਦਗੀ ਅਤੇ ਮਨੀਪੁਰ ਦੇ ਜਨ ਜੀਵਨ ਉੱਤੇ ਸਥਾਈ ਅਸਰ ਪਾਇਆ। ਇਹ ਮਾਵਾਂ ਸੈਲੀਬ੍ਰਿਟੀ ਬਣ ਗਈਆਂ ਅਤੇ ਇਹਨਾਂ ਦਾ ਸਨਮਾਨ ਕੀਤਾ ਗਿਆ, ਪਰ ਸ਼ਰਮਸਾਰ ਸਰਕਾਰ ਨੇ ਇਹਨਾਂ ਨੂੰ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਵੱਖ-ਵੱਖ ਤਰੀਕਿਆਂ ਨਾਲ ਉਹਨਾਂ ਦੀਆਂ ਸੰਸਥਾਵਾਂ ਤੇ ਜਥੇਬੰਦੀਆਂ ਨੂੰ ਖਤਮ ਕੀਤਾ ਜਾਣਾ ਸ਼ੁਰੂ ਹੋ ਗਿਆ। 9 ਔਰਤਾਂ ਨੂੰ ਸਾੜ ਫੂਕ ਅਤੇ ਦੇਸ਼ ਵਿਰੁੱਧ ਯੁੱਧ ਛੇੜਨ ਦੇ ਦੋਸ਼ ਵਿੱਚ 3 ਮਹੀਨਿਆਂ ਲਈ ਜੇਲ੍ਹ ਭੇਜ ਦਿੱਤਾ ਗਿਆ। ਹਾਲਾਂਕਿ ਉਹਨਾਂ ਦਾ ਮਕਸਦ ਮਨੀਪੁਰ ਦੀ ਸਮੱਸਿਆ ਨੂੰ ਸੁਰਖੀਆਂ ਵਿੱਚ ਲਿਆਉਣਾ ਸੀ ਅਤੇ ਨਗਰ ਪ੍ਰਦਰਸ਼ਨ ਨੇ ਉਹ ਕਰ ਦਿੱਤਾ। ਹਿਊਮਨ ਰਾਈਟਸ ਅਲਰਟ ਨਾਲ ਜੁੜੇ ਲਾਈਟੋਂਗ ਬਾਮ ਦੇ ਅਨੁਸਾਰ ਮਨੋਰਮਾ ਦੇ ਲਈ ਇਹ ਮਦਰ ਪ੍ਰੋਟੈਸਟ ਬਹੁਤ ਦੇਰ ਨਾਲ ਆਇਆ, ਪਰ ਇਹਨੇ ਅਸਾਮ ਰਾਈਫਲਜ਼ ਨੂੰ 4 ਮਹੀਨਿਆਂ ਪਿੱਛੋਂ ਫੋਰਟ ਖਾਲੀ ਕਰਨ ਲਈ ਮਜਬੂਰ ਕਰ ਦਿੱਤਾ। ਭਾਰਤ ਸਰਕਾਰ ਨੇ ਵੀ ਅਫਸਪਾ ਹਟਾਉਣ ਦੀ ਮੰਗ ਤੇ ਵਿਚਾਰ ਕਰਨ ਦਾ ਵਾਅਦਾ ਕੀਤਾ ਅਤੇ ਉਦੋਂ ਦੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਮਨੀਪੁਰੀ ਜਨਤਾ ਨੂੰ ਹੀਲਿੰਗ ਟੱਚ ਦੇਣ ਦਾ ਵਾਅਦਾ ਕੀਤਾ। ਹਾਲਾਂਕਿ 13 ਵਰ੍ਹਿਆਂ ਬਾਅਦ ਅਜੇ ਵੀ ਮਨੀਪੁਰ ਦੇ ਵਧੇਰੇ ਹਿੱਸੇ ਵਿੱਚ ਅਫਸਪਾ ਲਾਗੂ ਹੈ ਅਤੇ ਅਜੇ ਵੀ ਸੁਰੱਖਿਆ ਦਲਾਂ ਵੱਲੋਂ ਮਨੁੱਖੀ ਹੱਕਾਂ ਦੀ ਉਲੰਘਣਾ ਦੀਆਂ ਖਬਰਾਂ ਆਉਂਦੀਆਂ ਹਨ, ਪਰ ਸਮਾਜਿਕ ਕਾਰਕੁਨ ਮਹਿਸੂਸ ਕਰਦੇ ਹਨ ਕਿ ਹਾਲਾਤ ਪਹਿਲਾਂ ਨਾਲੋਂ ਬਦਲੇ ਹਨ। ਮਨੀਪੁਰ ਦੀ ਸਭ ਤੋਂ ਚਰਚਿਤ ਵਰਕਰ ਇਰੋਮ ਸ਼ਰਮੀਲਾ ਦੇ 16 ਵਰ੍ਹਿਆਂ ਦੇ ਮਰਨ ਵਰਤ ਦੇ ਨਾਲ ਮਦਰਜ਼ ਪ੍ਰੋਟੈਸਟ ਨੂੰ ਵੀ ਇਤਿਹਾਸ ਦੀਆਂ ਕਿਤਾਬਾਂ ਵਿੱਚ ਥਾਂ ਮਿਲ ਚੁੱਕੀ ਹੈ, ਪਰ ਇਹਨਾਂ ਮਾਵਾਂ ਦਾ ਰੋਸ ਅਜੇ ਵੀ ਬਰਕਰਾਰ ਹੈ। ਲੈਸ਼ਰਾਮ ਕਹਿੰਦੀ ਹੈ ਕਿ ਅਸੀਂ ਅਜੇ ਵੀ ਨੰਗੀਆਂ ਹਾਂ। ਜਿਸ ਦਿਨ ਪੂਰੇ ਮਨੀਪੁਰ ਵਿੱਚੋਂ ਅਫਸਪਾ ਹਟਾ ਲਿਆ ਜਾਵੇਗਾ, ਅਸੀਂ ਉਸ ਦਿਨ ਸਮਝਾਂਗੀਆਂ ਕਿ ਸਰਕਾਰ ਨੇ ਸਾਡੇ ਕੱਪੜੇ ਵਾਪਸ ਕਰ ਦਿੱਤੇ ਹਨ। ਮਨੋਰਮਾ ਨਾਲ ਹੋਈ ਦਰਿੰਦਗੀ ਨੂੰ ਦਰਸਾਉਂਦੀ ਇੱਕ ਪੇਂਟਿੰਗ। ਭਾਰਤੀ ਫੌਜ ਵੱਲੋਂ ਹੁੰਦੇ ਨਿੱਤ ਦਿਹਾੜੇ ਬਲਾਤਕਾਰਾਂ ਵਿਰੁੱਧ ਮਨੀਪੁਰ ਦੀਆਂ ਔਰਤਾਂ ਦਾ ਰੋਸ।